मुद्दा दे इस एपीसोड ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੋਟੀਵੇਸ਼ਨਲ ਸਪੀਕਰ, ਸੋਸ਼ਲ ਐਨਾਲਿਸਟ ਔਰ ਸੋਸ਼ਲ ਕਮੈਂਟੇਟਰ शिव खड़ा ਸਾਡੇ ਨਾਲ ਇਸ ਵਾਰ ਫਿਰ ਮੌਜੂਦ ਨੇ। ਅਸੀਂ ਕੱਲ੍ਹ ਦੇ ਐਪੀਸੋਡ ਤੋਂ ਗੱਲਬਾਤ ਜਾਰੀ ਕਰਦੇ ਹਾਂ। शिव ਜੀ ਦੀ 45 ਸਾਲ ਦਾ ਤਜਰਬਾ ਜਿਹੜਾ ਆ ਲੋਕਾਂ ਨੂੰ ਸਿਖਾਉਣ ਸਮਝਾਉਣ ਦਾ, ਇੰਡੀਆ, ਅਮਰੀਕਾ ਔਰ ਸਿੰਗਾਪੁਰ ਦਾ ਰਾਈਟ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ, ਉਹਨਾਂ ਨਾਲ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਣ ਦਾ, ਔਰ ਅਸੀਂ ਉਸ ਪੂਰੇ ਕਰੀਅਰ ਦੇ ਵਿੱਚੋਂ ਇਹਨਾਂ ਦਾ ਜਿਹੜਾ ਐਨਾਲਿਸਿਸ ਹੈ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। शिव ਜੀ, ਇੱਕ ਚੀਜ਼ ਜਿਹੜੀ ਹੈਗੀ ਆ ਸਾਡੇ ਗ੍ਰੰਥਾਂ ਦੇ ਵਿੱਚੋਂ ਕਹੀ ਹੋਈ ਕਿ ਅਸੀਂ ਔਰਤ ਨੂੰ ਕਿੱਦਾਂ ਟਰੀਟ ਕਰਨਾ ਹੈ। ਬੜੇ ਗ੍ਰੰਥ ਬਹੁਤ ਕੁਛ ਕਹਿੰਦੇ ਨੇ। ਗੁਰਬਾਣੀ ਕਹਿੰਦੀ ਸੋ ਕੇ ਮੰਦਾ ਆਖੇ ਜੇ ਜਮੇ ਰਾਜਾਨ, ਔਰ ਅਸੀਂ ਘਸਾਤੀ ਉਹ ਤੁਕ ਬੋਲ ਕੇ, ਤੇ ਔਰਤ ਦਾ ਮਿਆਰ ਨਹੀਂ ਅਸੀਂ ਬਦਲਿਆ ਸੋਸਾਇਟੀ ਦੇ ਵਿੱਚ। ਅਸੀਂ ਕਹਿ ਦਿੰਦੇ ਹਾਂ ਕਿ ਅੱਧੀ ਹੋਣ ਦੀ ਮਾਲਕ ਹੈਗੀ ਹੈ, 50% ਦੀ ਪਾਰਟਨਰ ਹੈ, ਪਰ ਉਹ ਪਾਰਟਨਰਸ਼ਿਪ ਵਾਲੀ ਸਿਚੁਏਸ਼ਨ ਕਦੇ ਨਜ਼ਰ ਆਉਂਦੀ। 45 ਸਾਲ, 100 ਸਾਲ, 200 ਸਾਲ ਦੇ ਵਿੱਚ ਕੋਈ ਚੇਂਜ ਆਇਆ? ਅੱਗੋਂ ਕੋਈ ਚੇਂਜ ਆਉਣ ਲੱਗਾ? ਤੁਹਾਨੂੰ ਲੱਗਦਾ ਕਿ ਸਾਡੇ ਸਮਾਜ ਦੇ ਵਿੱਚ ਇਕੱਲੇ ਮੇਲ ਸਪੀਸ਼ੀਜ਼ ਜਿਹੜੀ ਹੈ ਉਹਦੀ ਅਕਲ 'ਚ ਇੰਨੀ ਤਬਦੀਲੀ ਆ ਜਾਏਗੀ, ਔਰਤ ਨੂੰ ਬਰਾਬਰ ਮੰਨੇਗਾ? ਦੇਖੋ, ਇਹ ਔਰਤ ਆਦਮੀ ਦਾ ਹਿਸਾਬ ਕਿਤਾਬ ਨਹੀਂ ਹੈਗਾ, ਇਹ ਇਨਸਾਨੀਅਤ ਦਾ ਸਭ ਹਿਸਾਬ ਹੈਗਾ। ਦਿਸ ਇਜ਼ ਏ ਹਿਊਮੈਨਿਟੀ ਇਸ਼ੂ। ਇਟ ਇਜ਼ ਨੋਟ ਏ ਔਰਤ ਹੈਗੀ, ਆਦਮੀ ਹੈਗੀ ਹੈ। ਕਈ ਆਦਮੀ ਨੂੰ ਗੰਦਾ ਇਲ ਟਰੀਟ ਕਰਦੇ ਹੈਗੇ, ਕਈ ਔਰਤਾਂ ਨੂੰ ਬਹੁਤ ਇਲ ਟਰੀਟ ਕਰਦੀਆਂ ਹੈਗੀਆਂ। ਤੋ ਇਹ ਇਨਸਾਨੀਅਤ ਦਾ ਸਵਾਲ ਹੈਗਾ। ਔਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਇਹ ਦਿਸ ਇਜ਼ ਏ ਗਲੋਬਲ ਇਸ਼ੂ ਜਿਹੜਾ ਆਇਆ ਹੈ ਨਾ, ਵੂਮਨਸ ਲਿਬ। ਦੇਖੋ, ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇਕੁਅਲ ਰਾਈਟਸ, ਇਕੁਅਲ ਓਪਰਚੁਨਿਟੀਜ਼, ਇਕੁਅਲ ਰਿਸਪੌਂਸਿਬਿਲਿਟੀਜ਼, ਇਹ ਸਭ ਠੀਕ ਹੈ, ਬਹੁਤ ਵਧੀਆ ਹੈਗਾ। ਲੇਕਿਨ ਪਰਮਾਤਮਾ ਨੇ, ਕੁਦਰਤ ਨੇ ਜਿਹੜੀਆਂ ਚੀਜ਼ਾਂ ਬਦਲੀਆਂ ਹੈਗੀਆਂ ਉਹ ਅਸੀਂ ਬਦਲ ਨਹੀਂ ਸਕਦੇ। ਹੁਣ ਏ ਵੂਮਨ ਕੈਨ ਗਿਵ ਅ ਬਰਥ ਟੂ ਅ ਬੇਬੀ, ਏ ਮੈਨ ਕੈਨੋਟ। ਗੱਲ ਖਤਮ ਹੋ ਗਈ। ਪਰ ਜਦੋਂ ਕੋਈ ਔਰਤ ਬਾਹਰ ਨਿਕਲਦੀ ਆ, ਉਹਨੂੰ ਸਿਰਫ ਇਸ ਲਈ ਉਹਦੇ ਨਾਲ ਰੇਪ ਹੋ ਜਾਣਾ, ਮੋਲੈਸਟੇਸ਼ਨ ਹੋ ਜਾਣੀ ਆ, ਉਹਦੇ ਮਰਡਰ ਹੋ ਜਾਣੇ ਕਿ ਉਹਨੇ ਕੱਪੜਾ ਇਦਾਂ ਦਾ ਪਾਇਆ ਜੀ, ਜਾਂ ਉਹ ਸਾਨੂੰ ਸੋਹਣੀ ਲੱਗੀ ਸੀ, ਬਸ ਉਹਨੂੰ ਜੋ ਕਰਨਾ ਹੀ ਕਰ ਲਿਆ। ਇਹ ਇਨਸਾਨੀਅਤ ਦਾ ਸਵਾਲ ਹੈਗਾ, ਇਹ ਇਨਸਾਨੀਅਤ ਦਾ ਸਵਾਲ ਹੈ। ਇਹ ਫਿਤਰਤ ਬਦਲਦੀ ਲੱਗਦੀ ਤੁਹਾਨੂੰ? ਸੈਡਲੀ ਆਈ ਥਿੰਕ ਫਿਤਰਤ ਜਿਹੜੀ ਹੈਗੀ ਇਹ ਹੁਣ ਦਿਸ ਇਜ਼ ਡਿਫਰੈਂਟ ਇਨ ਡਿਫਰੈਂਟ ਕੰਟਰੀਜ਼। ਹੁਣ ਇੱਥੇ ਲੋਕੀ ਦੇਰ ਆਰ ਵੂਮਨ ਆਪਣੇ ਦੂਜੇ ਕਿਸਮ ਦੇ ਕੱਪੜੇ ਪਾਉਂਦੇ ਹੈਗੇ ਨੇ, ਕਈ ਦੇਖਦੇ ਨੇ, ਕੋਈ ਨਹੀਂ ਦੇਖਦੇ ਉਸ ਪਾਸੇ। ਬਟ ਐਟ ਦ ਸੇਮ ਟਾਈਮ ਦੇਰ ਇਜ਼ ਸਮ ਪ੍ਰੋਟੋਕੋਲ। ਲੈਟ ਮੀ ਪੁੱਟ ਇਟ ਦਿਸ ਵੇ, ਕੋਈ ਪ੍ਰੋਟੋਕੋਲ ਵੀ ਹੈਗਾ। ਮੈਂ ਹੁਣ ਸਾਰਾ ਦਿਨ ਕੱਛਾ ਪਾ ਕੇ ਤੇ ਐਵੇਂ ਘੁੰਮੀ ਜਾਵਾਂ ਇੱਕ ਆਦਮੀ ਬਣ ਕੇ, ਤੇ ਉਹ ਵੀ ਕੋਈ ਟੰਗਾ ਥੋੜੀ ਲੱਗੇ। ਪਰ ਇੰਡੀਆ 'ਚ ਤਾਂ ਇਹ ਸਿਚੁਏਸ਼ਨ ਵੀ ਨਹੀਂ ਹੈ। ਨਹੀਂ, ਮੇਰੇ ਬਾਵਜੂਦ ਔਰਤਾਂ ਸਫਰ ਕਰਦੀਆਂ ਨੇ। ਦੈਟ ਇਜ਼ ਸੈਡ। ਉੱਥੇ ਤਾਂ ਨੀਚਤਾ ਹੋਈ ਪਈ ਹੈ। ਉੱਥੇ ਤੁਸੀਂ ਆ ਕੇ ਦੇਖੋ, ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਇੰਨੀ ਖਰਾਬ ਹੋਈ ਪਈ ਹੈ। ਉੱਥੇ ਜਿਹੜਾ ਰੇਪ ਕਰਦਾ ਹੈ, ਗੁੰਡਾਗਰਦੀ ਕਰਦਾ ਹੈ, ਬਦਮਾਸ਼ੀ ਕਰਦਾ, ਕਿਸੇ ਨੂੰ ਬੰਦੇ ਨੂੰ ਚੱਕ ਲੈਂਦਾ, ਘਰੋਂ ਚੱਕ ਲੈਂਦਾ ਹੈਗਾ ਬੰਦੇ ਨੂੰ, ਤਾਂ ਉਹਦਾ ਹਾਲ ਕੀ ਹੁੰਦਾ ਹੈਗਾ? ਉੱਥੇ ਐਵੇਂ ਹੈ ਕਿ ਕ੍ਰਿਮੀਨਲ ਨੂੰ ਜੁਡੀਸ਼ੀਅਲ ਸਿਸਟਮ ਪ੍ਰੋਟੈਕਟ ਕਰਦਾ ਹੈਗਾ, ਔਰ ਜਿਹੜਾ ਸਿਰਫ ਇਮਾਨਦਾਰ ਆਦਮੀ ਹੈਗਾ ਉਹਨੂੰ ਪਨਿਸ਼ ਕਰਦਾ ਹੈਗਾ। ਉਹਦਾ ਸੋਸਾਇਟਲ ਡਿਕੇ ਹੈ ਜਿਹੜਾ। ਸਰ, ਉੱਥੇ ਲੋਕਾਂ ਨੂੰ ਡਰ ਹੀ ਕੋਈ ਨਹੀਂ ਹੈਗਾ। ਜਿਹੜੇ ਗੁੰਡੇ ਹੈਗੇ ਉੱਥੇ, ਜਿਹੜੇ ਪੋਲੀਟੀਸ਼ੀਅਨ ਹੈਗੇ, ਉਹਨਾਂ ਦੇ ਲੜਕੇ ਤੂੰ ਜਾਣਦਾ ਨਹੀਂ ਮੈਂ ਕੌਣ ਹੈ, ਚੱਕ ਲੈ ਉਹਨੂੰ। ਸੋ ਦਿਸ ਇਜ਼ ਹਾਊ ਦ ਹੋਲ ਥਿੰਗ ਇਜ਼। ਤੁਹਾਨੂੰ ਯਾਦ ਹੋਵੇਗਾ, ਇਸ ਗੱਲ ਦਾ ਧਿਆਨ ਕਰਿਆ ਜੇ ਤੁਸੀਂ, ਜਦੋਂ ਕੈਰੋ ਚੀਫ ਮਿਨਿਸਟਰ ਸੀਗਾ, ਉਹਨੇ ਇੱਕ ਕੁੜੀ ਨੂੰ ਆਪਣਾ ਸਿਨੇਮਾ ਹਾਲ ਤੇ ਛੇੜਿਆ ਸੀਗਾ ਉੱਥੇ ਸੈਕਟਰ 17 ਵਿੱਚ, ਤੇ ਉਹ ਕਰਨਲ ਦੀ ਜਾਂ ਕੋਈ ਆਰਮੀ ਆਫਿਸਰ ਦੀ ਵਾਈਫ ਸੀਗੀ। ਤੇ ਉਸ ਟਾਈਮ ਇਹ ਕੈਰੋ ਦੇ ਲੜਕੇ ਤਾਂ ਦੌੜ ਗਏ, ਤੇ ਉਹਦੀ ਵਾਈਫ ਨੇ ਘਰ ਜਾ ਕੇ ਉਹਨੂੰ ਕਿਹਾ ਕਿ ਇਸ ਤਰੀਕੇ ਨਾਲ ਮੈਨੂੰ ਕੈਰੋ ਦੇ ਮੁੰਡਿਆਂ ਨੇ ਛੇੜਿਆ ਹੈਗਾ। ਉਹਨੇ ਆਪਣੀ ਕੰਟੋਨਮੈਂਟ, ਆਰਮੀ ਆਫਿਸਰ ਕਰਨਲ ਸੀਗਾ ਜਾਂ ਜੋ ਵੀ ਸੀਗਾ, ਹੀ ਵਾਸ ਦ ਰੈਜੀਮੈਂਟ ਉਹਦੇ ਕੋਲ ਸੀਗਾ, ਉਹ ਸਾਰੇ ਲੈ ਕੇ ਉਹਨੂੰ ਘਸੀਟ ਕੇ ਮਾਰਿਆ ਸੀਗਾ ਉੱਥੇ ਸੜਕ ਤੇ। ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹਨੂੰ ਹੱਥ ਲਗਾ ਦੇਵੇ ਉਸ ਟਾਈਮ। ਤੁਸੀਂ ਇਹ ਵੀ ਦੇਖੋ, ਉਹ ਵੀ ਟਾਈਮ ਸੀਗਾ ਇੱਕ ਵਾਰੀ, ਲੋਕੀ ਭੁੱਲ ਗਏ ਨੇ ਇਹ ਗੱਲ। ਪੀਪਲ ਹੈਵ ਫਰਗੋਟਨ ਵਾਟ ਆਈ ਐਮ ਟਾਕਿੰਗ ਅਬਾਊਟ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਜਦੋਂ ਇਹਨਾਂ ਨੂੰ ਜਿਹੜੇ ਅੱਜ ਰਾਜ ਕਰ ਰਹੇ ਹੈਗੇ, ਇਹਨਾਂ ਨੂੰ ਅਗਰ ਸਮਝ ਮੇ ਆ ਜਾਏਗੀ ਕਿ ਇਹ ਕੀ ਹੋ ਸਕਦਾ ਹੈਗਾ, ਦੇ ਵਿਲ ਨਾਟ ਡੂ ਇਟ। ਐਂਡ ਜਦ ਤੱਕ ਤੁਹਾਨੂੰ ਵਿਕਟਿਮ ਬਣਾਈ ਜਾਂਦੇ ਨੇ, ਕਹਿੰਦਾ ਕੋਈ ਗੱਲ ਨਹੀਂ, ਇਹਨਾਂ ਦੀ ਆਤਮਾ ਮਰ ਚੁੱਕੀ ਹੈਗੀ ਹੈ, ਮਰ ਚੁੱਕੀ ਇਹਨਾਂ ਦੀ ਆਤਮਾ। ਜਿਸ ਦਿਨ ਇਹ ਵਿਕਟਿਮ ਬਣਦੇ ਹੈਗੇ ਨੇ, ਕਹਿੰਦੇ ਨੇ ਫਾਉਲ, ਉਹ ਜਦੋਂ ਤੁਸੀਂ ਗਲਤ ਕਰ ਰਹੇ ਸੀ ਫਾਉਲ ਨਹੀਂ ਸੀਗਾ, ਹੁਣ ਫਾਉਲ ਹੋ ਗਿਆ। ਸੈਡਲੀ ਸਾਡੇ ਲੋਕਾਂ ਵਿੱਚ ਦੋਗਲਾਪਨ ਇੰਨਾ ਆ ਗਿਆ ਹੈਗਾ। ਦਿਸ ਇਜ਼ ਸੈਡ। ਸੱਚਾਈ, ਇਮਾਨਦਾਰੀ ਦੀ ਗੱਲ, ਅਸੂਲ ਖਤਮ ਹੋ ਗਏ। ਸੋ ਪਰ ਇਹ ਇੰਟਰਸਟਿੰਗ ਨਹੀਂ ਹੈ ਕਿ ਉਹ ਸੱਚਾਈ, ਇਮਾਨਦਾਰੀ ਜਦੋਂ ਸਾਡੇ ਹੀ ਇੰਡੀਅਨ ਇਹਨਾਂ ਮੁਲਕਾਂ 'ਚ ਆ ਜਾਂਦੇ ਨੇ ਤੇ ਬਹੁਤ ਦਿਖਾਉਂਦੇ ਨੇ, ਫਿਰ ਅਸੀਂ ਇੱਥੇ ਪ੍ਰੂਵ ਕਰਦੇ ਹਾਂ ਆਪਣੇ ਆਪ ਨੂੰ, ਔਰ ਅਸੀਂ ਸਕਸੈਸਫੁਲ ਹੁੰਦੇ ਹਾਂ, ਅਸੀਂ ਸਮਾਜ ਦਾ ਹਿੱਸਾ ਹੁੰਦੇ ਹਾਂ, ਸਮਾਜ ਦੀ ਤੋਪ ਬਣਦੇ ਹਾਂ ਜੀ। ਦੇਖੋ, ਐਵੇਂ ਹੈ ਦਵਿੰਦਰ ਜੀ ਕਿ ਇੱਕ ਅੱਛੇ ਵਾਤਾਵਰਣ ਵਿੱਚ ਇਹ ਮਾਰਜਨਲ ਪਰਫਾਰਮਰ ਜਿਹੜਾ ਹੁੰਦਾ ਨਾ, ਉਹਦੀ ਪਰਫਾਰਮੈਂਸ ਵੱਧ ਜਾਂਦੀ ਹੈਗੀ ਹੈ। ਜਾਂ ਕਿ ਇਦਾਂ ਵੀ ਡੰਡਾ ਪੀਰਾ ਵਿਗੜਿਆ ਝਗੜਿਆਂ ਦਾ, ਉਹਦੀ ਪਰਫਾਰਮੈਂਸ ਵੱਧ ਜਾਂਦੀ ਹੈ। ਔਰ ਇੱਕ ਘਟੀਆ এনवायरमेंट ਵਿੱਚ ਇੱਕ ਅੱਛੇ ਪਰਫਾਰਮਰ ਦੀ ਪਰਫਾਰਮੈਂਸ ਘਟ ਜਾਂਦੀ ਹੈਗੀ ਹੈ। ਸੋ ਯੂ ਸੀ, এনवायरमेंट ਇਜ਼ ਅ ਹਿਊਜ ਇਸ਼ੂ। ਬਹੁਤ ਵੱਡਾ ਉਹਦਾ ਰੋਲ ਹੁੰਦਾ ਹੈਗਾ। ਸਾਡੇ ਲੋਕਾਂ ਵਿੱਚ ਤੁਸੀਂ ਇੱਕ ਫੈਮਿਲੀ এনवायरमेंट ਹੁੰਦੀ ਹੈ, ਵਰਕ এনवायरमेंट ਹੁੰਦੀ ਹੈਗੀ, ਸੋਸ਼ਲ এনवायरमेंट ਹੁੰਦੀ ਹੈ, ਸਿਕਿਉਰਿਟੀ ਹੁੰਦੀ ਹੈ, ਪੋਲੀਟੀਕਲ এনवायरमेंट ਹੁੰਦੀ ਹੈਗੀ। ਤੁਸੀਂ ਇਹ ਦੇਖੋ, ਜਿਸ ਕੰਟਰੀ ਵਿੱਚ
ਪੋਲੀਟੀਕਲ এনवायरमेंट ਕਰਪਟ ਹੋਏਗੀ ਔਰ ਜਿਸ ਪੋਲੀਟੀਕਲ এনवायरमेंट ਗੰਦੀ ਹੋਏਗੀ ਇਟ ਲੀਡਸ ਟੂ ਅਨਸਰਟਨਟੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇੱਕ ਟਾਈਮ ਹੁੰਦਾ ਸੀ ਤੁਸੀਂ ਆਪਣੇ ਘਰਾਂ ਵਿੱਚ ਸਾਡੇ ਫੈਮਲੀਆਂ ਵਿੱਚ ਜਨਰੇਸ਼ਨਸ ਦੀ ਤਿਆਰੀਆਂ ਪਲੈਨਿੰਗ ਕਰਦੇ ਹੁੰਦੇ ਸੀ ਇੱਕ ਟਾਈਮ ਮੇਰੇ ਬੱਚੇ ਆਣਗੇ ਗ੍ਰੈਂਡ ਚਿਲਡਰਨ ਆਣਗੇ ਅੱਜ ਦਾ ਟਾਈਮ ਫਰਕ ਖਤਮ ਹੋ ਗਿਆ ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ 2 ਸਾਲ 3 ਸਾਲ 4 ਸਾਲ ਦੇ ਬਾਅਦ ਕੀ ਹੋਣਾ ਹੈਗਾ ਇਸ ਵਾਸਤੇ ਦੇ ਹੈਵ ਸਟਾਪ ਪਲੈਨਿੰਗ ਲੌਂਗ ਟਰਮ ਗੋ ਚੈੱਕ ਆਊਟ ਇਨ ਫੈਮਲੀਜ਼ ਦੇ ਆਰ ਨਾਟ ਪਲੈਨਿੰਗ ਲੌਂਗ ਟਰਮ ਕੌਣ ਪਲਾਨ ਕਰ ਰਿਹਾ ਹੈਗਾ everybody is short term planning or insecurity or sadly ਉਹਦੇ ਵਿੱਚ ਕੀ ਹੈਗਾ ਲੋਕਾਂ ਦੇ ਦਿਮਾਗ ਵਿੱਚ ਇੱਕ ਆਇਆ ਹੈਗਾ ਕਿ ਜਿਵੇਂ ਤੈਵੇਂ by hook or by crook ਆਪਣੀ ਜੇਬ ਭਰੋ because if your pockets are full you will be more prepared to face the uncertainties of tomorrow ਤੁਹਾਡੀ ਜੇਬ ਭਰੀ ਹੋਗੀ you will be able to prepare the face the uncertainties of tomorrow ਤਾਂ ਜੇਬ ਭਰਨ ਦੇ ਢੰਗ ਕਿਹੜੇ ਵਰਤੇ ਜਾਣੇ ਨਹੀਂ ਪਤਾ ਤੁਸੀਂ ਸਿਸਟਮ ਨੂੰ ਡਿਸਟਰੋਏ ਕਰ ਰਹੇ ਹੋ ਤਾਂ ਜੇਬ ਭਰਨ ਦੇ ਢੰਗਾਂ ਦਾ ਵੀ ਕੋਈ ਇਸ਼ੂ ਨਹੀਂ ਹੈ ਕੋਈ ਹੈ ਕਿੱਥੇ ਨਹੀਂ ਹੈਗਾ ਕਿੱਥੇ ਹੈਗਾ ਇਸ਼ੂ and that is the sad part in the process ਤੁਸੀਂ ਸਾਰੀ ਆਪਣੀ ਸੋਸਾਇਟੀ ਨੂੰ ਖਰਾਬ ਕਰ ਰਹੇ ਹੈਗੇ ਹੋ ਪਰ ਜਦੋਂ ਇਹ ਜਿਹੇ ਹੋਕਸ ਐਂਡ ਕ੍ਰੋਕਸ ਸਾਰੇ ਵਰਤੇ ਜਾਂਦੇ ਨੇ ਤੇ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਨਾਂ ਦੇ ਵਾਸਤੇ ਪੋਲੀਟੀਕਲ ਸੋਸ਼ਲ ਸਿਚੁਏਸ਼ਨ ਜਿਹੜੀ ਹੈ ਕੰਪੀਟੀਸ਼ਨ ਦੀ ਸਿਚੁਏਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਖਤਰਨਾਕ ਨਹੀਂ ਹੋ ਜਾਂਦੀ ਉਹ ਇਸੇ ਲਈ ਰੋਂਦੇ ਨਹੀਂ ਹੈ ਕਿ ਸਾਡੇ ਕੋਲ ਤਾਂ ਲੈਵਲ ਗਰਾਊਂਡ ਹੀ ਨਹੀਂ ਹੈ ਖੇਡਣ ਨੂੰ ਨਹੀਂ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਦੇ ਆਰ ਟੂ ਸੈਪਰੇਟ ਇਸ਼ੂਜ਼ ਇੱਕ ਹੁੰਦਾ ਹੈਗਾ ਜਿਹੜੀ ਕਰਪਟ এনवायरमेंट ਹੈਗੀ ਹੈ that is a different issue you have to address the corruption issue now second issue ਤੁਸੀਂ ਕੀਤੀ ਹੈ ਗੱਲ competition ਦੀ competition is a different issue competition is healthy it is good ਦੇਖੋ in a competitive society a good person looks better and a bad person looks worse ਇੱਕ ਚੰਗਾ ਬੰਦਾ ਹੈਗਾ ਉਹ ਬਹੁਤ ਚੰਗਾ ਲੱਗਣ ਲੱਗਦਾ ਹੈਗਾ ਐਂਡ ਬੈਡ ਪਰਸਨ ਲੁਕਸ ਵਰਸ ਬਿਕਾਜ਼ देयर इज ਸਮਥਿੰਗ ਟੂ ਕੰਪੇਅਰ ਯੂ ਸੀ ਜੇ ਕੰਪੇਅਰ ਨਹੀਂ ਕਰ ਪਾਓਗੇ ਤਾਂ ਹਾਊ ਡੂ ਯੂ ਨੋ ਯੂ ਆਰ ਗੁੱਡ ਯੂ ਡੋਨਟ ਨੋਬਡੀ ਕੈਨ ਟੈਲ ਯੂ ਆਰ ਗੁੱਡ ਤੁਸੀਂ ਅਗੇਂਸਟ ਵਾਟ ਪੈਰਾਮੀਟਰਸ ਚੇਂਜ ਹੁੰਦੇ ਪੈਰਾਮੀਟਰਸ ਹੈ ਨਹੀਂ ਹੈਗੇ ਬਟ ਅੱਜ ਦੀ ਤਰੀਕ ਵਿੱਚ ਜਿਹੜਾ ਯੂਥ ਹੈਗਾ ਉਹ ਬਾਰ-ਬਾਰ ਇਹ ਕਹਿੰਦਾ ਹੈਗਾ ਕਿ ਸਾਹਿਬ ਕੰਪੀਟੀਸ਼ਨ ਬਹੁਤ ਹੈਗਾ ਮੈਂ ਇੱਕ ਪ੍ਰੋਗਰਾਮ ਐਡਰੈਸ ਕਰ ਰਿਹਾ ਸੀਗਾ 200-300 ਬੰਦੇ ਸੀਗੇ ਇਟ ਵਾਸ ਅ ਵੈਰੀ ਮਿਕਸਡ ਗਰੁੱਪ ਡਾਕਟਰਸ ਇੰਜੀਨੀਅਰਸ ਅਟਾਰਨੀਜ਼ ਅਕਾਊਂਟੈਂਟਸ ਕਾਰਪੈਂਟਰਸ ਪਲੰਬਰਸ ਇਲੈਕਟ੍ਰੀਸ਼ੀਅਨਸ ਵੈਰੀ ਮਿਕਸਡ ਗਰੁੱਪ ਤੇ ਮੈਂ ਆਂਦੇ ਇਹੀ ਗੱਲ ਕਹੀ ਹੈਗੀ ਹੈ ਕਿ ਅੱਜ ਤੱਕ ਇਤਿਹਾਸ ਵਿੱਚ ਐਸਾ ਮੌਕਾ ਕਦੀ ਵੀ ਨਹੀਂ ਆਇਆ ਜੈਸਾ ਅੱਜ ਆਇਆ ਹੈਗਾ ਜਿੰਨਾ ਆਸਾਨ ਅੱਜ ਹੈਗਾ ਸਫਲ ਹੋਣਾ ਇਹਨਾਂ ਕਦੀ ਵੀ ਹੋਇਆ ਹੀ ਕਦੀ ਨਹੀਂ it is so easy to succeed in life the way it is it has never happened in history so far ਤੇ ਇੱਕ ਬੰਦੇ ਨੇ ਪਰ ਅਮਰੀਕਾ ਦਾ ਪ੍ਰੈਜ਼ੀਡੈਂਟ ਦੇ ਕਰੇ ਲੋਕਾਂ ਲਈ ਸਪੇਸ ਹੀ ਨਹੀਂ ਹੈਗੀ ਸਕਸੈਸਫੁਲ ਹੋਣ ਦੀ ਸੁਣੋ ਤਾਂ ਉਹਨੇ ਮੈਨੂੰ ਪੁੱਛਿਆ ਕਿ ਬਈ ਹਾਊ ਕਮ ਵੀ ਹੈਵ ਨੋ ਕੰਪੀਟੀਸ਼ਨ ਤਾਂ ਮੈਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਬੰਦੇ ਸੜਕ ਤੇ ਚੱਲਦੇ ਹੋਏ ਦੇਖ ਰਹੇ ਨੇ ਜਿਨ੍ਹਾਂ ਨੂੰ ਜਿੰਨੇ ਪੈਸੇ ਮਿਲਦੇ ਨੇ ਉਸ ਤੋਂ ਜ਼ਿਆਦਾ ਕੰਮ ਕਰਨ ਨੂੰ ਤਿਆਰ ਹੈਗੇ ਨੇ ਹਾਰਡਲੀ ਐਨੀ ਜ਼ਿਆਦਾਤਰ ਇੰਨੇ ਬੰਦੇ ਹੈਗੇ ਕਿ ਜਿਨ੍ਹਾਂ ਨੂੰ ਜਿੰਨੇ ਪੈਸੇ ਮਿਲਦੇ ਨੇ ਉਹਨਾਂ ਕੰਮ ਨਹੀਂ ਕਰਨਾ ਚਾਹੁੰਦੇ ਦੂਸਰਾ ਇੱਕ ਇੰਨਾ ਵੱਡਾ ਵਰਗ ਹੈਗਾ ਕਿ ਉਹਨਾਂ ਹੀ ਕੰਮ ਕਰਨਾ ਚਾਹੁੰਦਾ ਜਿਹਦੇ ਨਾਲ ਉਹਦੀ ਜਾਨ ਛੁੱਟ ਜਾਏ ਇਹ ਬਹੁਤ ਛੋਟੀ ਜੀ ਪਰਸੈਂਟੇਜ ਹੈਗੀ ਹੈ ਕਿ ਜਿਹਨੂੰ ਜਿੰਨੇ ਪੈਸੇ ਮਿਲਦੇ ਨੇ ਉਸ ਤੋਂ ਜ਼ਿਆਦਾ ਕੰਮ ਕਰਨ ਨੂੰ ਤਿਆਰ ਹੈਗੇ ਨੇ ਮੈਂ ਪੁੱਛਦਾ ਕਿ ਅੱਜ ਦੀ ਤਰੀਕ ਵਿੱਚ ਤੁਸੀਂ ਇਫ ਯੂ ਆਰ ਇਨ ਦੈਟ ਸਮਾਲ ਪਰਸੈਂਟੇਜ ਯੂ ਟੈਲ ਮੀ ਵੇਅਰ ਇਜ਼ ਯੂਰ ਕੰਪੀਟੀਸ਼ਨ ਯੂ ਸੀ ਟੁਡੇ ਅੱਜ ਤੁਹਾਨੂੰ ਚੰਗਾ ਅਟਰਨੀ ਨਹੀਂ ਮਿਲਦਾ ਤੁਹਾਨੂੰ ਅਕਾਊਂਟੈਂਟ ਨਹੀਂ ਮਿਲਦਾ ਤੁਹਾਨੂੰ ਪਲੰਬਰ ਨਹੀਂ ਮਿਲਦਾ ਇਲੈਕਟ੍ਰੀਸ਼ੀਅਨ ਨਹੀਂ ਮਿਲਦਾ ਤੁਹਾਨੂੰ ਕੁਝ ਨਹੀਂ ਮਿਲਦਾ ਸਵਾਲ ਇਹ ਹੈ ਆਰ ਯੂ ਵਿਲਿੰਗ ਟੂ ਡੂ ਅ ਲਿਟਲ ਬਿਟ ਮੋਰ ਦੈਨ ਵਾਟ ਯੂ ਗੈਟ ਪੇਡ ਫॉर ਤਾਂ ਤੁਹਾਡੇ ਕਹਿਣਾ ਮਤਲਬ ਹੱਡ ਹਰਾਮੀ ਵਾਸਤੇ ਕੰਪੀਟੀਸ਼ਨ ਹੈ ਜੀ ਮੇਰੀ ਗੱਲ ਸੁਣੋ ਇਹ ਦੇਖੋ ਤੁਸੀਂ ਪੀਪਲ ਜਿਹੜੇ ਹੂ ਹੈਵ ਬੀਨ ਸਕਸੈਸਫੁਲ then they sustained success see success hona ek cheez hundi hai sustain karna ek aur cheez hundi hai who have been successful who have sustained success and who have built goodwill ਉਹ ਉਹਨਾਂ ਨੇ ਇੱਕ ਅਸੂਲ ਨਾਲ ਉਹਨਾਂ ਨੇ ਜੀਆ ਹੈਗਾ ਆਪਣਾ ਜ਼ਿੰਦਗੀ ਕਿ ਮੈਨੂੰ ਜਿੰਨਾ ਮਿਲਿਆ ਉਸ ਤੋਂ ਜ਼ਿਆਦਾ ਲੁਟਾਵਾਂਗਾ ਵਾਪਸ ਕਰਾਂਗਾ ਆਪਣੀ ਫੈਮਿਲੀ ਨੂੰ ਜਿੰਨਾ ਮਿਲਿਆ ਉਸ ਤੋਂ ਜ਼ਿਆਦਾ ਵਾਪਸ ਕਰਾਂਗਾ ਆਪਣੀ ਆਰਗੇਨਾਈਜੇਸ਼ਨ ਨੂੰ ਜਿੰਨਾ ਮਿਲਿਆ ਉਸ ਤੋਂ ਜ਼ਿਆਦਾ ਵਾਪਸ ਕਰਾਂਗਾ ਆਪਣੇ ਕਸਟਮਰ ਨੂੰ ਆਲਟਰੂਇਜ਼ਮ ਥੋੜਾ ਜਿਹਾ ਜਿੰਨਾ ਮਿਲਿਆ ਉਸ ਤੋਂ ਜ਼ਿਆਦਾ ਦਵਾਂਗਾ ਆਪਣੀ ਸੁਸਾਇਟੀ ਨੂੰ ਜੇ ਇਸ ਇੱਕ ਸਿਧਾਂਤ ਨਾਲ ਅਗਰ ਮੇਰੀ ਆਰਗੇਨਾਈਜੇਸ਼ਨ ਤੁਹਾਡੀ ਆਰਗੇਨਾਈਜੇਸ਼ਨ ਇਫ ਐਵਰੀਬਾਡੀ ਇਨ ਦੀ ਆਰਗੇਨਾਈਜੇਸ਼ਨ ਸਟਾਰਟਸ ਥਿੰਕਿੰਗ ਲਾਈਕ ਦਿਸ ਤੁਸੀਂ ਮੈਨੂੰ ਦੱਸੋ ਕੰਪੀਟੀਸ਼ਨ ਹੈ ਕਿਤੇ ਵੀ ਬਿਕਮ ਦ ਕੰਪੀਟੀਸ਼ਨ ਵੀ ਹੈਵ ਨੋ ਕੰਪੀਟੀਸ਼ਨ ਪਰ ਤੁਸੀਂ ਆਪਣੀ ਇਸ ਉਦਾਹਰਨ ਨੂੰ ਇੰਡੀਆ 'ਚ ਵੀ ਲਿਜਾ ਸਕਦੇ ਹੋ ਜਿੱਥੇ ਪੋਪੂਲੇਸ਼ਨ ਹੀ ਬਹੁਤ ਹੋ ਗਈ ਹੈ ਸਰ ਪੋਪੂਲੇਸ਼ਨ is a different issue it's another major issue it's a demographic issue also in India competition ਤਾਂ ਉਹਦੇ 'ਚ ਵੱਧਦਾ ਹੈ ਨਾ competition ਤੁਸੀਂ ਅੱਜ ਦੇਖੋ
are you talking of competition amongst the best, amongst the good, amongst the worst? ਕਿਹੜੇ ਕੰਪੀਟੀਸ਼ਨ ਦੀ ਗੱਲ ਕਰ ਰਹੇ ਹੋ? ਪੈਰਾਮੀਟਰਸ ਦੀ ਗੱਲ ਫਿਰ ਆਏਗੀ। ਤੁਸੀਂ ਅਗਰ ਜੇ ਇੰਡੀਆ ਦੀ ਪੋਪੂਲੇਸ਼ਨ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ we are having demographic dividends. Question is, are we having demographic dividends or are they demographic nightmares? So ਅੱਜ ਤੁਹਾਨੂੰ ਪਤਾ ਹੈਗਾ ਤਕਰੀਬਨ 5% ਇੰਡੀਆ ਦੀ ਪੋਪੂਲੇਸ਼ਨ is disabled. It is disabled. 65% ਕੋਲ ਰੋਟੀ ਕਮਾਉਣ ਦੇ ਪੈਸੇ ਨਹੀਂ ਹੈ। ਤਾਂ ਫਿਰ ਮੈਂ ਉਹੀ ਗੱਲ ਕਰ ਰਿਹਾ, ਤੁਸੀਂ ਭੁੱਖੇ ਪੇਟ ਕਿਸੇ ਨੂੰ ਨਾ ਤੁਸੀਂ ਆਪਣਾ ਦੇਸ਼ ਭਗਤੀ ਸਿਖਾ ਸਕਦੇ ਹੋ। ਭੁੱਖੇ ਪੇਟ ਕਹਿੰਦੇ ਖਾਲੀ ਪੇਟ there are no values, integrity ਤੁਸੀਂ ਖਾਲੀ ਪੇਟ ਨਹੀਂ ਸਿਖਾ ਸਕਦੇ। there is nothing, how can you teach integrity on an empty stomach? ਕੋਈ there are no values। ਖੇੜਾ ਜੀ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣਾ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਕ ਬ੍ਰੇਕ ਦੇ ਲਈ ਰੁਕਣਾ ਹੈ। ਸ਼ਿਵ ਖੇੜਾ ਦਾ ਸੋਸ਼ਲ ਐਨਾਲਿਸਿਸ ਲਗਾਤਾਰ ਜਾਰੀ ਹੈ, ਅਗਲੇ ਸੈਗਮੈਂਟ ਦੇ ਵਿੱਚ ਵਾਪਸ ਮਿਲਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫਿਰ ਜਾਰੀ ਹੈ। ਗੱਲ ਕਰਨ ਤੋਂ ਪਹਿਲਾਂ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਜ਼ਿੰਦਗੀ ਜਿਉਣ ਦੇ ਤਰੀਕਿਆਂ ਦੀ ਕਰ ਰਹੇ ਸੀ ਔਰ ਜ਼ਿੰਦਗੀ ਚਾਹੇ ਨਿਗਾਰ ਦੀ ਗੱਲ ਕਰ ਰਹੇ ਹਾਂ, ਸਵਾਲ ਚੁੱਕ ਰਹੇ ਹਾਂ ਸੋਸਾਇਟੀ ਦੇ ਵਿੱਚ ਜੋ ਕੁਝ ਹੋ ਰਿਹਾ। ਸ਼ਿਵ ਖੇੜਾ ਹੋਣਾ ਦੀ ਪੁਸਤਕ ਦੀ ਇੱਕ ਕੋਟੇਸ਼ਨ ਮੈਨੂੰ ਲੱਗਦਾ ਤੁਸੀਂ ਗੂਗਲ ਦੇ ਉੱਤੇ ਉਹਦੇ ਸ਼ਾਇਦ ਲੱਖਾਂ ਰਿਜ਼ਲਟ ਬਾਰ-ਬਾਰ ਆਉਣਗੇ ਅਲੱਗ-ਅਲੱਗ ਫੋਟੋਜ਼ ਦੇ ਨਾਲ ਜੁੜ ਕੇ। ਉਹ ਕੋਟੇਸ਼ਨ ਹੈ, ਵਿਨਰਸ don't do things differently. Winners don't do different things. Don't do different things and they do things differently. ਸੋ ਮੈਨੂੰ ਇੱਕ ਗੱਲ ਦੱਸੋ ਵੀ ਇੱਕ ਤੇ ਉਹ ਜਨਤਾ ਜਿਹੜੀ ਸਵੇਰੇ ਸਵੇਰੇ ਅਖਬਾਰ ਚੱਕ ਕੇ ਜਾਂ ਟੀਵੀ ਔਨ ਕਰਕੇ ਦੇਖਦੀ ਵੀ ਅੱਜ ਮੇਰੇ ਸਿਤਾਰੇ ਕੀ ਕਹਿੰਦੇ ਆ, ਤੇ ਇੱਕ ਤੁਸੀਂ ਕਹਿੰਦੇ ਹੋ ਵੀ ਵਿਨਰਸ ਕੁਝ ਡਿਫਰੈਂਟ ਕਰਦੇ ਨੇ, ਫਿਰ ਉਹ ਕੀ ਡਿਫਰੈਂਟ ਕਰਦੇ? ਅਖਬਾਰ ਨਹੀਂ ਪੜ੍ਹਦੇ ਉਹ ਵਾਲਾ? ਦੇਖੋ ਦੋ ਚੀਜ਼ਾਂ ਹੈਗੀਆਂ, ਇੱਕ ਤਾਂ what do winners do differently, ਪਹਿਲੇ ਇਹ ਗੱਲ ਹੈਗੀ ਹੈ। Winners form the habit of doing things losers don't like to do. ਮੈਂ ਦੁਬਾਰਾ ਰਿਪੀਟ ਕਰਦਾ, ਵਿਨਰਸ ਉਸ ਕੰਮ ਕਰਨ ਦੀ ਆਦਤ ਬਣਾ ਲੈਂਦੇ ਨੇ ਜਿਹੜੇ ਲੂਜ਼ਰ ਕੰਮ ਕਰਨਾ ਨਹੀਂ ਚਾਹੁੰਦੇ। ਉਹ ਕਿਹੜਾ ਕੰਮ ਹੈ ਜਿਹੜਾ ਲੂਜ਼ਰ ਨਹੀਂ ਕਰਨਾ ਚਾਹੁੰਦੇ? ਉਹੀ ਕੰਮ ਹੈ ਜੋ ਵਿਨਰ ਵੀ ਨਹੀਂ ਕਰਨਾ ਚਾਹੁੰਦੇ ਲੇਕਿਨ ਫਿਰ ਵੀ ਕਰਦੇ ਨੇ। ਦੇਖੋ ਲੂਜ਼ਰਸ ਸਵੇਰੇ ਸਵੇਰੇ ਉੱਠਣਾ ਨਹੀਂ ਚਾਹੁੰਦੇ, ਵਿਨਰਸ ਵੀ ਨਹੀਂ ਉੱਠਣਾ ਚਾਹੁੰਦੇ ਲੇਕਿਨ ਫਿਰ ਵੀ ਉੱਠ ਜਾਂਦੇ। ਸੀ ਲੂਜ਼ਰਸ ਮਿਹਨਤ ਨਹੀਂ ਕਰਨਾ ਚਾਹੁੰਦੇ, ਵਿਨਰਸ ਵੀ ਨਹੀਂ ਕਰਨਾ ਚਾਹੁੰਦੇ ਲੇਕਿਨ ਫਿਰ ਵੀ ਕਰਦੇ ਨੇ। ਵਿਨਰਸ ਉਸ ਕੰਮ ਕਰਨ ਦੀ ਆਦਤ ਬਣਾ ਲੈਂਦੇ ਨੇ, ਲੂਜ਼ਰਸ ਕੰਮ ਨਹੀਂ ਕਰਨਾ ਚਾਹੁੰਦੇ, ਉਹੀ ਕੰਮ ਹੈ ਜਿਹੜਾ ਉਹ ਵੀ ਨਹੀਂ ਕਰਨਾ ਚਾਹੁੰਦੇ, ਦੋਨੋਂ ਲੇਕਿਨ ਫਿਰ ਵੀ ਕਰਦੇ ਨੇ। ਹੁਣ ਸਵਾਲ ਇਹ ਹੈ, ਤੁਸੀਂ ਕਿੰਨੀ ਵਾਰੀ ਸੁਣਿਆ ਹੋਏਗਾ ਇਸ ਬੰਦੇ ਦੀ ਕਿਸਮਤ ਹੀ ਅੱਛੀ ਹੈ, ਸਾਹਿਬ ਤਾਂ ਮਿੱਟੀ ਨੂੰ ਹੱਥ ਲਗਾਉਂਦਾ ਸੋਨਾ ਹੋ ਜਾਂਦੀ ਹੈ, ਇਹਦੀ ਕਿਸਮਤ ਖਰਾਬ ਹੈ ਸੋਨੇ ਨੂੰ ਹੱਥ ਲਗਾਉਂਦਾ ਮਿੱਟੀ ਹੋ ਜਾਂਦੀ ਹੈ। ਤੁਸੀਂ ਇਸ ਚੀਜ਼ ਨੂੰ ਐਨਾਲਾਈਜ਼ ਕਰੋ, ਜਿਸ ਆਦਮੀ ਨੂੰ ਕਹਿੰਦੇ ਨੇ ਕਿ ਇਹਦੀ ਕਿਸਮਤ ਚੰਗੀ ਹੈਗੀ, ਮਿੱਟੀ ਨੂੰ ਹੱਥ ਲਗਾਉਂਦਾ ਸੋਨਾ ਹੋ ਜਾਂਦੀ ਹੈ, ਉਹਦੀ ਟ੍ਰਾਂਜੈਕਸ਼ਨ ਦੇਖੋ, ਉਹਦੀ ਜ਼ਿੰਦਗੀ ਦੇਖੋ, ਜਿਹੜਾ ਪੋਜ਼ਿਟਿਵ ਕਿੰਨੀ ਮਿੱਟੀ ਪੱਟੀ ਉਹਨੇ ਸੋਨਾ ਕੱਢਣਾ, ਨਾ ਉਹਦੀ ਪੋਜ਼ਿਟਿਵ ਬਿਹੇਵੀਅਰ ਇੱਕ ਆਦਤ ਜੀ ਬਣ ਗਈ। ਹਾਂ, ਐਨੀ ਟਾਈਮ ਉਹ ਜੋ ਕੰਮ ਕਰਦਾ ਹੈ ਹੀ ਡਸ ਇਟ ਰਾਈਟ, ਇਟ ਹੈਪਨਸ ਰਾਈਟ, ਉਹਦੇ ਰਿਫਲੈਕਸਿਸ ਮੂਵ ਕਰਦੇ ਨੇ ਰਾਈਟ। ਹੁਣ ਸੇਮ ਥਿੰਗ ਜਿਹਨੂੰ ਕਹਿੰਦੇ ਇਹਦੀ ਕਿਸਮਤ ਮਾੜੀ ਹੈਗੀ ਹੈ, ਉਹ ਸੋਨੇ ਨੂੰ ਹੱਥ ਲਗਾਉਂਦਾ ਮਿੱਟੀ ਹੋ ਜਾਂਦੀ ਹੈਗੀ ਹੈ। ਤੁਸੀਂ ਉਹਦੀ ਜ਼ਿੰਦਗੀ ਦੇਖੋ, ਹਰ ਟ੍ਰਾਂਜੈਕਸ਼ਨ ਦੇਖੋ, ਨੈਗੇਟਿਵ ਬਿਹੇਵੀਅਰ ਹੈਜ਼ ਬਿਕਮ ਹੈਬਿਚੁਅਲ। ਉਹ ਜਦੋਂ ਕਰਦਾ ਪੁੱਠਾ ਕੰਮ ਕਰਦਾ, ਉਹਦੀ ਰਿਫਲੈਕਸਿਸ ਪੁੱਠੀਆਂ ਮੂਵ ਕਰਦੀਆਂ। ਦੇਖੋ ਸਾਡੇ ਲੋਕਾਂ ਦੀ ਚਾਹੇ ਜੋ ਉਮਰ ਹੋ ਜਾਵੇ, ਸਾਡੇ ਮਾਂ ਪਿਓ ਨੇ ਇੱਕ ਕਿਹਾ ਸੀਗਾ ਕਿ ਫਾਰਮ ਗੁੱਡ ਹੈਬਿਟਸ ਫਾਰਮ ਕੈਰੈਕਟਰਸ, ਕਿਉਂਕਿ 90% ਸਾਡਾ ਬਿਹੇਵੀਅਰ ਜਿਹੜਾ ਹੈਗਾ ਇਟ ਇਜ਼ ਹੈਬਿਚੁਅਲ, ਵੀ ਡੋਂਟ ਥਿੰਕ, ਵੀ ਜਸਟ ਐਕਟ। ਤੇ ਜੇ ਸਾਡੀਆਂ ਆਦਤਾਂ ਚੰਗੀਆਂ ਹੈਗਾ ਸਾਡਾ ਚਰਿੱਤਰ ਚੰਗਾ ਹੈਗਾ, ਸਾਡੀਆਂ ਆਦਤਾਂ ਮਾੜੀਆਂ ਹੈਗੀਆਂ ਸਾਡਾ ਚਰਿੱਤਰ ਖਰਾਬ ਹੈਗਾ। ਠੀਕ ਹੈ। ਐਂਡ ਅੱਛੀ ਆਦਤਾਂ ਨੂੰ ਬਣਾਉਣ ਵਾਸਤੇ ਮੁਸ਼ਕਲ ਟਾਈਮ ਲੱਗਦਾ ਲੇਕਿਨ ਉਹਨਾਂ ਨਾਲ ਜੀਣਾ ਆਸਾਨ ਹੈਗਾ। ਉਹ ਮਾੜੀਆਂ ਆਦਤਾਂ ਜਿਹੜੀਆਂ ਬੁਰੀਆਂ ਆਦਤਾਂ ਹੈਗੀਆਂ ਉਹ ਆਸਾਨੀਆਂ ਆ ਜਾਂਦੀਆਂ ਹੈਗੀਆਂ ਲੇਕਿਨ ਉਹਨਾਂ ਨਾਲ ਜੀਣਾ ਮੁਸ਼ਕਲ ਹੈਗਾ, ਉਹਨਾਂ ਨੂੰ ਜੀਣਾ ਮੁਸ਼ਕਲ ਹੈਗਾ। ਔਰ ਜਦ ਤੱਕ ਅਸੀਂ ਆਦਤ ਨੂੰ ਪਕੜਦੇ ਹਾਂ ਆਦਤ ਸਾਨੂੰ ਪਕੜ ਚੁੱਕਦੀ ਹੁੰਦੀ ਹੈ। ਮੈਂ ਤੇ ਕੰਬਲ ਛੱਡ ਦਵਾਂ, ਕੰਬਲ ਨਹੀਂ ਮੈਨੂੰ ਛੱਡਦਾ। ਹਾਂ, ਹੁਣ ਸਵਾਲ ਇਹ ਹੈ ਕਿ ਦੇਖੋ ਕਿ ਗੱਲ ਇਹ ਹੈ, ਅਸੀਂ ਕੋਈ ਕੰਮ ਵੀ ਅਗਰ we want to do it well in proficiency, it must come automatic, ਇੱਕ ਆਦਤ ਨਾਲ ਬਣਨਾ ਚਾਹੀਦਾ। ਆਦਤ it must come automatic, reflex action ਹੋਣਾ ਚਾਹੀਦਾ ਉਹਦਾ। then only you can do well, otherwise you cannot do well। ਤੁਸੀਂ ਇਹ ਦੇਖੋ ਮਾਰਸ਼ਲ ਆਰਟ ਵਿੱਚ ਜਦੋਂ ਵਾਈਟ ਬੈਲਟ ਮਿਲਦੀ ਹੈਗੀ ਹੈ, ਯੈਲੋ, ਗ੍ਰੀਨ, ਬਰਾਊਨ ਬੈਲਟ, ਬਲੈਕ ਬੈਲਟ, 5 ਸਾਲ ਬਾਅਦ ਉਹ ਸਟੂਡੈਂਟ ਕੀ ਕਰੀ ਜਾਂਦਾ? ਬਲੌਕ ਪੰਚ, ਬਲੌਕ ਪੰਚ, ਬਲੌਕ ਪੰਚ, ਬਲੌਕ ਪੰਚ, ਬਲੌਕ ਪੰਚ। ਕਿਉਂ ਬਲੌਕ ਪੰਚ? ਬਿਕੋਜ਼ ਟੀਚਰ ਕਹਿੰਦਾ ਹੈ ਕਿ ਬਲੌਕ ਪੰਚ ਇਹ ਰਿਫਲੈਕਸ ਐਕਸ਼ਨ ਬਣ ਜਾਣਾ ਚਾਹੀਦਾ। ਇਹਦਾ ਸੜਕ ਤੇ ਅਗਰ ਜੇ ਝਗੜਾ ਹੋ ਗਿਆ, ਜੇ ਇਹਨੂੰ ਸੋਚਣਾ ਪਵੇ ਬਲੌਕ ਪੰਚ ਕਰਨ ਵਾਸਤੇ ਤਾਂ ਕੁੱਟ ਖਾ ਕੇ ਆ ਜਾਊਗਾ। ਮਾਰਸ਼ਲ ਆਰਟ student never has to think to block, the reflexes move ਕਰਦੇ ਹੈਗੇ ਨੇ। that is why we must bring it into reflex action। ਤੇ ਇਹਦੇ ਵਾਸਤੇ ਟਾਈਮ ਲੱਗਦਾ ਹੈ, ਮਿਹਨਤ ਲੱਗਦੀ ਹੈਗੀ। this is what brings success in life। ਔਰ ਦੂਸਰੀ ਚੀਜ਼ ਹੈਗੀ ਹੈ ਕਿ ਤੁਸੀਂ ਦੇਖੋਗੇ ਕਿ
ਜਿਸ ਆਦਮੀ ਨੇ ਕੁਝ ਕਰਨਾ ਹੈ ਜ਼ਿੰਦਗੀ ਵਿੱਚ ਉਹ ਹਰ ਹਾਲ ਵਿੱਚ ਕਰਕੇ ਚਲਾ ਜਾਂਦਾ, ਜਿਹਨੇ ਨਹੀਂ ਕਰਨਾ ਉਹਨੂੰ ਸਭ ਕੁਝ ਦੇ ਦਿਓ, ਕੁਝ ਨਹੀਂ ਕਰੇਗਾ ਜ਼ਿੰਦਗੀ ਵਿੱਚ। ਠੀਕ ਹੈ। ਤੁਸੀਂ ਮਾਰਸ਼ਲ ਆਰਟ ਵਿੱਚ ਵਨ ਆਫ ਦ ਗ੍ਰੇਟੈਸਟ ਲੈਜੈਂਡ ਵਾਸ ਕੌਣ? ਬਰੂਸ ਲੀ। ਯੈਸ। ਠੀਕ ਹੈ। ਸ਼ਾਇਦ ਮੈਂ ਆਪਣੀ ਨਵੀਂ ਕਿਤਾਬ ਵਿੱਚ ਲਿਖਿਆ ਹੈਗਾ ਐਂਡ ਯੂ ਕੈਨ ਅਚੀਵ ਮੋਰ, ਵਿੱਚ ਬਰੂਸ ਲੀ, most people don't know it, his one leg was shorter by the other by 1 inch। ਇੱਕ ਇੰਚ ਛੋਟੀ ਸੀ, ਇੱਕ ਇੰਚ। ਕਿਹਾ ਜਾਂਦਾ ਹੈ ਕਿ ਉਹ ਸ਼ੂ ਵੀ ਉਹਦਾ ਫਾਰ ਡਿਫਰੈਂਟ ਹੁੰਦਾ ਸੀ। 1 ਇੰਚ। he was near sighted, his eyesight was -10। -10। he ਆਪਣੇ opponent ਨੂੰ ਬਿਨਾਂ lenses ਦੇ ਦੇਖ ਨਹੀਂ ਸਕਦਾ ਸੀਗਾ ਇਹ। and Bruce Lee daily he used to practice 5000 punches per day, 5000 punches daily press ਕਰਦਾ ਸੀਗਾ। 5000। ਉਹ ਬਰੂਸ ਲੀ ਨੇ ਉਹਦਾ ਕੋਟ ਮੈਂ ਦਿੱਤਾ ਹੈਗਾ ਇਹਦੇ ਅੰਦਰ, ਕਹਿੰਦਾ I am not afraid of someone who knows 10,000 ways how to kick। ਕਹਿੰਦਾ I am afraid of a person who knows only one way to kick but he has practiced that one way 10,000 times। ਕਹਿੰਦਾ ਉਹਦੇ ਤੋਂ ਮੈਨੂੰ ਡਰ ਲੱਗਦਾ। ਤੁਸੀਂ ਦੇਖੋ ਇਹਨਾਂ ਲੋਕਾਂ ਨੇ ਜ਼ਿੰਦਗੀ ਵਿੱਚ ਕੀਤਾ ਹੈਗਾ ਕੁਝ, ਜਿਹਨੂੰ ਅਸੀਂ ਤਪੱਸਿਆ ਕਹਿੰਦੇ ਆ, ਉਹ ਪ੍ਰੈਕਟੀਕਲੀ ਕੀਤੀ ਹੈ। ਅੱਛਾ, ਹੀ ਇਜ਼ ਨਾਟ ਦੀ ਓਨਲੀ ਵਨ। ਯੂ ਲੁੱਕ ਐਟ ਮਾਈਕਲ ਫੈਲਪਸ, ਯੂ ਲੁੱਕ ਐਟ ਐਨੀਬਡੀ। ਮਾਈਕਲ ਫੈਲਪਸ ਜਦੋਂ 8 ਗੋਲਡ ਮੈਡਲ ਜਿੱਤ ਗਿਆ, ਕਿਸੇ ਨੇ ਕਿਹਾ ਮਸਟ ਬੀ ਅ ਲੱਕੀ ਡੇ, ਮਸਟ ਬੀ ਅ ਲੱਕੀ ਡੇ। ਅੱਜ ਮੈਂ ਤੁਹਾਨੂੰ ਦੱਸਦਾ ਤੇ ਉਹਨੇ ਕਿਹਾ ਕਿ ਦੇਖੋ ਮੈਂ ਪਿਛਲੇ 4 ਸਾਲਾਂ ਵਿੱਚ 10,000 ਘੰਟੇ ਦੀ ਪ੍ਰੈਕਟਿਸ ਕੀਤੀ ਹੈ। 10,000 ਨਹੀਂ ਗਿਣਿਆ ਤੁਸੀਂ? ਕਹਿੰਦੇ ਉਹਦਾ ਮਤਲਬ 2,500 ਘੰਟੇ ਪਰ ਈਅਰ, ਉਹਦਾ ਮਤਲਬ 8 ਘੰਟੇ ਡੇਲੀ, ਬਿਨਾਂ ਐਤਵਾਰ ਦੇ, ਬਿਨਾਂ ਸੰਡੇ ਦੇ। ਕਹਿੰਦੇ ਤੁਸੀਂ ਪਾਣੀ ਵਿੱਚ ਚਲੇ ਜਾਓ 8 ਘੰਟੇ ਡੇਲੀ 4 ਸਾਲ ਵਿੱਚ, ਐਂ ਤੇ ਤੁਹਾਡੀ ਬਾਡੀ ਸੁੱਕੜ ਜਾਊਗੀ। ਕਹਿੰਦੇ did I get lucky? ਕਹਿੰਦੇ luck is not designed to deliver you these things in life। athletes train 15 years for 15 seconds of performance। 15 ਸੈਕਿੰਡ ਦੀ ਪਰਫਾਰਮੈਂਸ ਵਾਸਤੇ 15 ਸਾਲ ਤਿਆਰੀ ਕਰਦੇ ਨੇ। ਉਹ ਸਾਡੇ ਮੀਡੀਆ ਨੇ ਅੱਜ ਦੀ ਤਰੀਕ ਵਿੱਚ ਐਟਲੀਸਟ ਇੰਡੀਆ ਵਿੱਚ they have done the biggest disservice to ਆਪਣੀ ਕੰਟਰੀ ਵਿੱਚ। ਤੁਸੀਂ ਜਿਹੜੀ ਅਖਬਾਰ ਪੜ੍ਹੋ, ਜਿਹੜਾ ਟੈਲੀਵਿਜ਼ਨ ਚੈਨਲ ਦੇਖੋ, ਉਹਦੇ ਅੰਦਰ ਹੋਰੋਸਕੋਪ ਲੈ ਕੇ ਬੈਠਾ ਹੈਗਾ। ਅੱਛਾ, ਇਹ ਚੀਜ਼ ਇੰਟਰਸਟਿੰਗ ਨਹੀਂ ਹੈ? ਅਸੀਂ ਆਮ ਤੌਰ ਤੇ ਉਦਾਹਰਨ ਦਿੰਦੇ ਆ, ਦੇਖੋ ਜੀ ਅਮਰੀਕਾ ਨੇ ਆਹ ਕਰ ਲਿਆ, ਇੰਡੀਆ ਨਾਲ ਹੀ ਕਰੀ ਜਾਂਦੇ, ਪਰ ਇੰਡੀਆ ਨੇ ਖੁਦ, ਸਾਡੇ ਆਪਣੇ ਸਾਇੰਟਿਸਟ ਨੇ ਓਰੀਜਨਲੀ ਔਰ ਇੰਡੀਪੈਂਡੈਂਟਲੀ ਮਾਰਸ ਮਿਸ਼ਨ ਲਾਂਚ ਕੀਤਾ, ਬਣਾਤਾ, ਆਟੋ ਰਿਕਸ਼ੇ ਦੀ ਕਾਸਟ ਤੇ ਅਸੀਂ ਉਹਨੂੰ ਬੋਸ ਕਰ ਰਹੇ ਹਾਂ। ਉਹਦੇ ਬਾਵਜੂਦ ਅਸੀਂ ਇੰਨੇ ਮੂੜ ਮੱਤ ਵੀ ਹੈਗੇ ਆ ਕਿ ਅਸੀਂ ਉਹਦੇ ਤੇ ਧਿਆਨ ਨਹੀਂ ਦੇ ਰਹੇ, ਸਾਇੰਸ ਵੱਲ ਨਹੀਂ ਜਾ ਰਹੇ, ਤੇ ਫਿਰ ਅਸੀਂ ਹੋਰੋਸਕੋਪ 'ਚ ਬਿਜ਼ੀ ਹਾਂ। ਤੁਸੀਂ ਕਿੰਨੀ ਸੈਡ ਗੱਲ। ਤੁਹਾਨੂੰ ਬਾਹਰਲਿਆਂ ਤੋਂ ਅਕਲ ਲੈਣ ਦੀ ਲੋੜ ਨਹੀਂ, ਆਪਣੇ ਹੀ ਲੋਕ ਨੇ। ਬਿਲਕੁਲ ਆਪਣੇ ਲੋਕ ਹੈਗੇ। ਤੁਹਾਨੂੰ ਮੈਂ ਇੱਕ ਵਾਰੀ ਜਗ੍ਹਾ ਜਾ ਰਿਹਾ ਸੀਗਾ, ਸਾਡਾ ਡਰਾਈਵਰ ਗੱਡੀ ਚਲਾ ਰਿਹਾ ਸੀਗਾ, ਉਹ ਬਿੱਲੀ ਰਸਤਾ ਕੱਟ ਗਈ ਤੇ ਉਹਨੇ ਮਾਰੀ ਜ਼ੋਰ ਦੀ ਬ੍ਰੇਕ, ਗੱਡੀ ਲਾਤੀ ਉੱਤੇ। ਮੈਂ ਕਿਹਾ ਕੀ ਹੋ ਗਿਆ ਬਈ? ਕਹਿੰਦਾ ਬਿੱਲੀ ਰਸਤਾ ਕੱਟ ਗਈ। ਮੈਂ ਕਿਹਾ ਹੁਣ ਕੀ ਹੋਏਗਾ? ਕਹਿੰਦਾ ਜੀ ਅਪਸ਼ਗਨ ਹੋ ਗਿਆ, ਕੁਝ ਨੁਕਸਾਨ ਹੋ ਜਾਏਗਾ, ਮੇਰੀ ਫਲਾਈਟ ਮਿਸ ਹੋ ਜਾਏਗੀ ਤਾਂ ਅਪਸ਼ਗਨ ਹੋ ਹੀ ਜਾਏਗਾ ਇੱਦਾਂ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹੁਣ ਤੂੰ ਕਿੰਨੀ ਦੇਰ ਰੁਕੇਗਾ ਇੱਥੇ? ਕਹਿੰਦਾ ਜੇ ਤੋਂ ਕੋਈ ਦੂਜਾ ਨਹੀਂ ਨਿਕਲ ਜਾਏ। ਮੈਂ ਕਿਹਾ ਉਹਦਾ ਨੁਕਸਾਨ ਹੋ ਜਾਏਗਾ? ਕਹਿੰਦਾ ਉਹਦੀ ਪ੍ਰੋਬਲਮ। ਮੈਂ ਉਹਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਜੇ ਮੰਨ ਲਓ ਤੂੰ 10 ਗਜ ਪਹਿਲਾਂ ਹੁੰਦਾ ਤੇ ਬਿੱਲੀ ਨਿਕਲ ਚੁੱਕੀ ਹੁੰਦੀ ਤੇ ਤੂੰ ਬਿੱਲੀ ਨੂੰ ਨਾ ਦੇਖਿਆ ਹੁੰਦਾ ਤੇ ਤੂੰ ਉਦਾਂ ਹੀ ਨਿਕਲ ਜਾਣਾ ਸੀਗਾ ਤੇ ਤੂੰ ਫਸਟ ਬੰਦਾ ਹੁੰਦਾ, ਫਿਰ ਇਨ ਦੈਟ ਕੇਸ ਕੀ ਹੁੰਦਾ? as if, so ਇਹਨਾਂ ਲੌਜਿਕ ਤੇ ਸੋਚਣਾ ਨਹੀਂ ਨਾ। ਮੇਰੀ ਗੱਲ ਤਾਂ ਸੁਣੋ, as if he knew the analysis। ਕਹਿੰਦਾ ਉਸ ਹਾਲ ਵਿੱਚ ਬਿੱਲੀ ਦੀ ਪਾਵਰ ਘਟ ਜਾਂਦੀ ਹੈਗੀ ਹੈ, as if ਬਿੱਲੀ ਦੀ ਪਾਵਰ ਹੈਗੀ ਹੈ। you know something, people are laughing। ਅੱਖਾਂ ਤੋਂ ਦੂਰ, ਦਿਲ ਤੋਂ ਦੂਰ ਹੋ ਗਈ ਨਾ ਬਿੱਲੀ। ਦਵਿੰਦਰ ਜੀ, ਦੁੱਖ ਦੀ ਗੱਲ ਪਤਾ ਕੀ ਹੈ? ਪੜ੍ਹੇ ਲਿਖੇ MBA PhD ਇਹੀ ਕੁਝ ਕਰ ਰਹੇ ਹੈਗੇ, ਡਾਕਟਰ ਇਹੀ ਕੁਝ ਕਰ ਰਹੇ। ਸਾਡੇ ਸਾਇੰਟਿਸਟ ਵੀ ਯੱਗ ਕਰਾਏ ਬਗੈਰ ਨਹੀਂ ਤੁਰਦੇ ਸਰ। ਅੱਛਾ, ਔਰ ਇੱਥੇ ਗੱਲ ਖਤਮ ਨਹੀਂ ਹੁੰਦੀ। ਤੁਸੀਂ ਜਿਹੜਾ ਟੈਲੀਵਿਜ਼ਨ ਚੈਨਲ ਦੇਖੋ, ਆਪਣਾ ਉਹਨੂੰ ਪੁੱਛਦਾ ਨਾਮ ਬੋਲੋ, ਕਹਾਂ ਪੈਦਾ ਹੋਏ, ਬੋਲੋ ਕਹਾਂ ਪੇ हुए। ਉਸ ਤੋਂ ਬਾਅਦ ਉਹਨੇ ਆਪਣਾ ਤੇ ਕਹਿੰਦਾ ਇਹ ਮਾਲੂਮ नहीं है, टाइम नहीं मालूम है। कहता कोई नहीं, मैं कर लूँगा अपने आप। वो टिक 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 करता है, ये दूसरे घर में बैठा, तीसरे घर में बैठा है, पितरी दोष है, पुतनी दोष है, पुत्री दोष है, फलाना दोष है। उस तो बाद कहता कोई नहीं, तेरे पे शनि चढ़ा हुआ है। फिर उतारने का उपाय क्या है? कहता जी एक काला रुमाल लो, उसके अंदर काली दाल डालो, उसमें काजल लगाओ, उसके अंदर काले बाल काला खोलो, 7 बारी घुमाओ, काला कुत्ता खोजो। ये यार शनि उतार देंगे ने, शनि चढ़ा देंगे ने। मैनू ये समझ नहीं आती कि शनि उतार देंगे ने, शनि चढ़ा देंगे ने। तो अमरीका शनि क्यों नहीं आता? शनि अमरीका क्यों नहीं बैठता? ਜੇ ਇਹੀ ਚੜਾਉਣਾ ਹੈਗਾ ਤੇ ਫਿਰ ਸਾਰੇ ਟੈਰਰਿਸਟ ਨੂੰ ਪਾਕਿਸਤਾਨ ਭੇਜ ਦਿਓ ਤੇ ਉੱਥੇ ਕਹੋ ਜੀ ਉੱਥੇ ਸ਼ਨੀ ਨੂੰ ਚੜਾ ਦਿਓ, ਭਸਮ ਕਰ ਦਿਓ। ਇਹ ਕੀ ਗੱਲ ਹੈ? ਸਾਰੇ ਜੋਸ਼ੀਆਂ ਨੂੰ ਭੇਜ ਦਿਓ। ਵਾਟ ਇਜ਼ ਦਿਸ ਇਜ਼ ਫਨੀ। ਬੜੇ ਸੋਸਾਈਟਲ ਪ੍ਰੋਬਲਮ ਹੈ, ਕਿਹੜਾ ਫਨੀ ਨਹੀਂ ਹੈ। ਦੁੱਖ ਦੀ ਗੱਲ ਪਤਾ ਕੀ ਹੈ? ਅੱਜ ਦੀ ਤਰੀਕ ਵਿੱਚ ਇੱਕ ਆਰਟੀਕਲ ਨਿਕਲਿਆ ਸੀਗਾ ਇੰਡੀਆ ਟੁਡੇ ਵਿੱਚ 3 months ago। ਕਹਿੰਦਾ ਅੱਜ ਦੀ ਤਰੀਕ ਵਿੱਚ ਇਨ ਸਮ ਪਾਰਟਸ ਹੈਦਰਾਬਾਦ more than 60-70% of child births
are taking place out of surgery because ਜੋਤਸ਼ੀ ਨੇ ਕਿਹਾ ਜੀ ਇਹ ਟਾਈਮ ਠੀਕ ਸੀਗਾ ਉਸ ਟਾਈਮ ਕੱਢ ਲਓ ਬੱਚਾ ਨੂੰ ਕੱਢ ਲਓ this is what is happening ਇੱਕ ਟਾਈਮ ਸੀਗਾ ਪੱਤਰੀਆਂ ਮਿਲਾਉਂਦੇ ਹੁੰਦੇ ਸੀਗੇ ਪੱਤਰੀ ਮਿਲਾ ਕੇ ਉਹ ਕਹਿੰਦੇ ਜੀ ਤੁਮਕੋ ਮੰਗਲਿਕ ਹੈ ਤਾਂ ਕਹਿੰਦਾ ਜੀ ਤੁਹਾਡੀ ਕੀ ਕਰੇਗਾ ਮਰ ਜਾਏਗਾ ਬੰਦਾ ਨਾ ਪਿਓ ਦੇ ਨਾਲ ਆਪਣਾ ਕੇਲੇ ਦੇ ਪੇੜ ਨਾਲ ਵਿਆਹ ਕਰਾ ਦਿਓ ਫਿਰ ਪੀਪਲ ਦੇ ਪੇੜ ਨਾਲ ਕਰਾ ਦਿਓ ਤੁਸੀਂ ਇਹ ਦੇਖੋ ਮੂਰਤੀ ਕਢਾਈ ਜਾਂਦੇ ਨੇ ਸਿੱਖਾਂ ਫੈਮਿਲੀ ਵਿੱਚ ਹਰ ਵਿਆਹ ਸੰਡੇ ਨੂੰ ਹੁੰਦਾ ਹੈਗਾ ਸੰਡੇ ਨੂੰ ਸੂਟ ਨਹੀਂ ਕਰਦਾ ਸੈਟਰਡੇ ਕਰ ਦਿੰਦੇ ਨੇ ਸੈਟਰਡੇ ਸੂਟ ਨਹੀਂ ਕਰਦਾ ਫਰਾਈਡੇ ਕਰ ਦਿੰਦੇ ਨੇ ਗੁਰੂ ਨਾਨਕ ਦੇਵ ਜੀ ਨੇ ਖਾਲੀ ਇਹੀ ਗੱਲ ਕੀਤੀ ਸੀਗੀ ਕਿ ਅੰਧ ਵਿਸ਼ਵਾਸ ਤੋਂ ਹਟੋ ਤੁਸੀਂ ਉਹ ਪੁਰਾਣੀ ਕਹਾਣੀ ਸੁਣੀ ਹੋਣੀ ਹੈ ਹਰਿਦੁਆਰ ਜਾ ਕੇ ਉਹਨਾਂ ਨੇ ਦੇਖਿਆ ਲੋਕਾਂ ਨੂੰ ਪਾਣੀ ਚੜਾ ਰਹੇ ਸੀਗੇ ਕਹਿੰਦਾ ਜੀ ਪਿਤਰੀ ਹਮਾਰੇ ਵਹਾਂ ਪਿਆਸੇ ਹੈ ਤੇ ਇਹਨਾਂ ਨੇ ਪੁੱਠੇ ਪਾਸੇ ਆ ਕੇ पानी छोड़ना शुरू करता हूँ कहते क्या कर रहे हो जी कहते हैं खेतों को पानी दे रहा हूँ कहते खेत कहाँ है कहता पंजाब में है तो आपका पानी पंजाब पहुँच जाएगा कहता आपका पानी वहाँ पहुँच जाएगा तो पंजाब क्यों नहीं पहुँच सकता मेरा कहने का ये मतलब ये है कि गुरुआ ने कभी इन्होंने चीज़ों पर यकीन ही नहीं किया है बट यू सी सैडली टू फॉर वेस्टेड इंटरेस्ट बेवकूफ बनाई जाते हैं अच्छे लोग साधु बन गए आसाराम बन गया राम रहीम बन गया दूजा बन गया इन्हों के पैरी हाथ लगाई जाते हैं लोग वट इज़ दिस दे आर गॉड्स सैडली दिस इज़ वट ये साड़ी सोसाइटी इन्नी गिर गई हैगी है एक कमज़ोर बनाई जाती हैगी अपने आप को वी आर मेकिंग आवर सैल्व्स वीक और तुहानूं मैं दसां इहदा पता की हैगा जदों आदमी गलत काम करता है और जिम्मेवारी नहीं चकना चाहता ना वो कहता जी मेरे सितारे मैनूं फेवर नहीं कर रहे गर्दिश ते he does not want to learn from his mistakes he keeps blaming ਮਿਹਨਤ ਨਹੀਂ ਕਰਨੀ somewhere else ਇਹ ਦੁੱਖ ਦੀ ਗੱਲ ਆ ਸੋ ਅਸੀਂ ਜੇ ਇਸ ਐਪੀਸੋਡ ਨੂੰ ਹੁਣ ਕਲੋਜ਼ ਕਰਨਾ ਆ ਤਾਂ ਤੁਹਾਡਾ ਸੁਨੇਹਾ ਕੀ ਤੁਸੀਂ ਬਹੁਤ ਇੰਪੋਰਟੈਂਟ ਇਸ਼ੂ ਤੇ ਕਲੋਜ਼ਿੰਗ ਦੇ ਕੋਲ ਪਹੁੰਚੇ ਹੋ ਤੁਹਾਡਾ ਸੁਨੇਹਾ ਕੀ ਹੈ ਸਾਡੇ ਦਰਸ਼ਕਾਂ ਨੂੰ ਦੇਖੋ ਮੈਂ ਆਪਣਾ ਨਵੀਂ ਕਿਤਾਬ ਵਿੱਚ ਇੱਕ ਚੀਜ਼ ਲਿਖੀ ਹੈਗੀ ਹੈ ਯੂ ਕੈਨ ਅਚੀਵ ਮੋਰ ਵਿੱਚ ਲਿਵ ਬਾਈ ਡਿਜ਼ਾਈਨ ਨਾਟ ਬਾਈ ਡਿਫਾਲਟ ਤੇ ਇਹਦਾ ਇੱਕ ਹੈਡਰ ਹੈਗਾ if you want to stand out you need to do something outstanding ਇਹਦੇ ਵਿੱਚ I mentioned कि कई बार लोग कहते हैं that I want to live an extraordinary life, I want to be extraordinarily successful, I want to have an extraordinary income. ਤੇ ਉਹਨੂੰ ਉਹ ਸਵਾਲ ਨੂੰ ਉਹਨੂੰ he has to ask himself, you want all these things extraordinary, but tell me, are you an extraordinary person? Do you have extraordinary commitments in life? Do you have extraordinary enthusiasm in life? Do you have extraordinary excitement in life? Do you have extraordinary integrity in life? Do you have extraordinary relationships in life? Are you willing to work extraordinarily hard in life? If you are not willing to do all these things, you can never in life be extraordinary. ਜ਼ਿੰਦਗੀ ਵਿੱਚ ਤੁਹਾਨੂੰ ਪਹਿਲਾਂ ਕੁਝ ਬਣਨਾ ਪੈਂਦਾ ਹੈ before you get anything in life. Be something before you get anything. So you can't get anything in life. ਉਹ ਕਹਿੰਦਾ ਨਹੀਂ ਕਿਸੇ ਨੂੰ ਦੇਖ ਕੇ ਕਿਸੇ ਦੀ ਸਫਲਤਾ ਸਟੋਰੀ ਦੇਖ ਕੇ ਕਹਿੰਦਾ ਜੀ must be at the right place at the right time. ਉਹ ਸਮਝ ਨਹੀਂ ਆਉਂਦੀ ਉਹਨਾਂ ਨੂੰ कि not only at the right place at the right time, but you also must be the right person at the right place at the right time. If you are not the right person at the right place, right time, you will never get anything in life. You got to be the right person at the right place at the right time. So before you get anything, you got to be something. Okay, you can win ਤੁਸੀਂ ਆਲਰੇਡੀ ਜਾਣਦੇ ਹੋ ਇਸ ਪੁਸਤਕ ਨੂੰ ਔਰ ਇਹਦੇ ਰਾਈਟਰ ਸ਼ਿਵ ਖੇੜਾ ਜਿਹੜੇ ਹੁਣ ਯੂ ਕੈਨ ਅਚੀਵ ਮੋਰ ਪੁਸਤਕ ਦੇ ਨਾਲ ਆ ਰਹੇ ਨੇ ਆਮ ਤੌਰ ਤੇ ਅਸੀਂ ਇਹਨਾਂ ਨੂੰ ਸਟੇਜਸ ਤੇ YouTube ਤੇ ਅੰਗਰੇਜ਼ੀ 'ਚ ਲੈਕਚਰ ਦਿੰਦੇ ਆ ਦੇਖਦੇ ਹੋ ਔਰ PTC ਨੈਟਵਰਕ ਦਰਸ਼ਕਾਂ ਦੇ ਵਾਸਤੇ ਇਹਨਾਂ ਨੇ ਪੰਜਾਬੀ 'ਚ ਸਾਡੇ ਨਾਲ 2 ਐਪੀਸੋਡ ਦੀ ਲਗਾਤਾਰ ਚਰਚਾ ਕੀਤੀ ਹੈ ਸ਼ਿਵ ਜੀ ਥੈਂਕ ਯੂ ਸੋ ਮਚ ਉਮੀਦ ਕਰਦੇ ਹਾਂ ਕਿ ਇਹਦੇ 'ਚੋਂ ਬਹੁਤ ਕੁਝ ਸਿੱਖਣ ਵਾਲਿਆਂ ਨੂੰ ਸਿੱਖਣ ਨੂੰ ਮਿਲਿਆ ਹੋਏਗਾ ਔਰ ਤੁਸੀਂ ਹੋਰ ਜ਼ਿਆਦਾ ਦੇਖਣਾ ਚਾਹੋ ਤਾਂ ਇਸ ਐਪੀਸੋਡ ਨੂੰ ਅਸੀਂ Facebook ਤੇ ਲਗਾਤਾਰ ਰੱਖਾਂਗੇ ਤੁਸੀਂ ਬਾਰ-ਬਾਰ ਵੀ ਵੇਖ ਸਕਦੇ ਹੋ ਵਾਂਸ ਅਗੇਨ ਥੈਂਕ ਯੂ ਸੋ ਮਚ ਥੈਂਕ ਯੂ ਸਰ ਆਈ ਐਮ ਗ੍ਰੇਟਫੁਲ